सतनाम श्री वाहिगुरु साहब जीओ। सुनिया सिद्ध पीर सुरनाथ, सुनिया धर तबल आकाश। सुनिया सिद्ध पीर सुरनाथ, सुनिया धर तबल आकाश। सुनिया दीप लो पाताल, सुनिया पोह न सकै काल। नानक भगता सदा विगास, सुनिया दुख पाप का नास। सुनिया सिद्ध पीर सुरनाथ। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा सत संगत जीओ, सतगुरु ने अपार बख्शिश की। आप संगतां जुगो जुग अटल सतगुरु, चवर तखत छतर दे मालक। राजान राजपान आन पान, देवान देव उपमा महान। रूहानी ज्ञान दे सागर, साहिब श्री गुरु ग्रंथ साहिब जी दे दर्शन दीदारे कर रहे हो। ये भी एक वड्डियां भागां दी निशानी है। दर्शन को लोचै सब कोई, पूरे भाग प्राप्त होई। भावें चाहुंदा ते हर कोई है कि मैं सतगुरु दे दर्शन दीदार करां। क्यों सतगुरु दे दर्शन दीदार करके सारे दुखां कलेशां दा खात्मा हो जांदा है। ये मनुख तन करके, मन करके, आत्मा करके निहाल 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 हो जाता है। इसलिए हर कोई आदमी ये चाहता है कि मैं सतगुरु दे दर्शन दीदार करां। ये भी एक बहुत चंगी गल है। जदों कोई गुरसिख गुरु घर दे विच आउंदा है, सतगुरु दे दर्शन दीदार करदा है, इहदे नाल ओहदी हाजरी सतगुरु दे दरबार दे विच लग जांदी है। अते इस दे नाल नाल जदों असीं सतगुरु दे कोल आउने हां, सानू इस गल दा पता होना चाहिए कि असीं सतगुरु दे कोल किस वास्ते आए हां। इत्थे आउण दा साडा मनोरथ की है, इहदे बारे हर गुरसिख माई भाई नूं जानना जरूरी है। कई बार तो असी केवल सतगुरु दे दर्शन करके मत्था टेक के वापस चले जाने हाँ, पर सतगुरु दे कोल आउण दा असली मकसद ये है कि सतगुरु दे चरनां दे विच बैठ के कुछ समा सतगुरु दे उपदेश नूं, सतगुरु दी बाणी नूं, सतगुरु दी सिੱਖਿਆ नूं सुनिया जावे। क्यों सतगुरु दी बाणी ही साडा गुरु है। जे असीं केवल गुरु नूं देखिया ही है
ਸੁਣਿਆ ਨਹੀਂ ਤਾਂ ਸਾਨੂੰ ਬਹੁਤਾ ਲਾਭ ਨਹੀਂ ਪ੍ਰਾਪਤ ਹੋ ਸਕਦਾ। ਕਿਉਂ? ਸਭ ਤੋਂ ਪਹਿਲਾਂ ਗੁਰਸਿੱਖ ਦੀ ਇਹ ਇੱਕ ਅਵਸਥਾ ਹੈ ਔਰ ਉਹ ਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਹੋ ਕੇ ਆਵੇ। ਜਿਹੜਾ ਸਤਿਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ, ਉਹਨੂੰ ਇੱਥੇ ਆ ਕੇ ਵੀ ਬਹੁਤਾ ਲਾਭ ਨਹੀਂ ਹਾਸਲ ਹੋ ਸਕਦਾ। ਜੇ ਅਸੀਂ ਸੋਚੀਏ ਬਈ ਅਸੀਂ ਸਤਿਗੁਰੂ ਦੇ ਦਰਸ਼ਨ ਕਰ ਲਏ, ਮੱਥਾ ਟੇਕ ਲਿਆ, ਇੰਨਾ ਹੀ ਕਾਫੀ ਹੈ, ਨਹੀਂ। ਸਤਿਗੁਰੂ ਨੇ ਸਾਨੂੰ ਇਸ ਤੋਂ ਅਗਲੀ ਗੱਲ ਸਮਝਾਈ ਹੈ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਦੇ ਦਰਸ਼ਨ ਦੀਦਾਰ ਤੇ ਸਾਰੀ ਦੁਨੀਆ ਕਰਦੀ ਹੈ, ਸਾਰੇ ਲੋਕ ਕਰਦੇ ਹਨ। ਹਜ਼ੂਰ ਕਹਿੰਦੇ ਨੇ ਕੇਵਲ ਦੇਖਣ ਦੇ ਨਾਲ, ਕੇਵਲ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਗੱਲ ਨਹੀਂ ਬਣ ਜਾਂਦੀ। ਹਾਂ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਪਵੇਗਾ। ਇਸ ਲਈ ਅਸੀਂ ਜਦੋਂ ਵੀ ਸਤਿਗੁਰੂ ਦੇ ਕੋਲ ਆਉਂਦੇ ਹਾਂ ਤਾਂ ਆਪਣੇ ਆਪ ਨੂੰ ਅਧਿਕਾਰੀ ਬਣਾ ਕੇ ਲਿਆਈਏ ਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣਨ ਵਾਸਤੇ ਜਾ ਰਹੇ ਹਾਂ। ਜੇ ਸਾਡੇ ਅੰਦਰ ਗੁਰੂ ਉਪਦੇਸ਼ ਸੁਣਨ ਦੇ ਲਈ ਸਮਾਂ ਹੋਵੇ, ਸ਼ਰਧਾ ਹੋਵੇ ਤੇ ਨਾਲ ਹੀ ਪ੍ਰੇਮ ਵੀ ਹੋਵੇ, ਫਿਰ ਬਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਉਣ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਹਾਸਲ ਹੋ ਜਾਂਦਾ ਹੈ। ਜੇ ਆਪਾਂ ਸਤਿਗੁਰੂ ਨੂੰ ਕੇਵਲ ਤੱਕਿਆ ਹੈ, ਸੁਣਿਆ ਨਹੀਂ, ਤਾਂ ਗੱਲ ਨਹੀਂ ਬਣੇਗੀ। ਇਸੇ ਲਈ ਸੁਣਨਾ ਵੀ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਾਹਰ ਪੀਰ ਜਗਤ ਗੁਰ ਬਾਬਾ, ਜੋ ਮੁਸਲਮਾਨਾਂ ਦੇ ਜਾਹਰਾ ਪੀਰ ਸਦਵਾਏ, ਸਾਰੇ ਜਗਤ ਦੇ ਗੁਰੂ, ਸਾਰੇ ਵਿਸ਼ਵ ਦੇ ਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਸਾਨੂੰ ਇਹ ਕੀਤਾ ਹੈ। ਇੱਕ ਗੁਰੂ ਦੀ ਸੰਗਤ, ਦੂਸਰੀ ਹੈ ਸਤਿਗੁਰੂ ਦੀ ਬਾਣੀ। ਇਹ ਦੋ ਬੜੀਆਂ ਹੀ ਅਮੋਲਕ ਦਾਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਇੱਕ ਗੁਰੂ ਦੀ ਸੰਗਤ, ਇੱਕ ਸਤਿਗੁਰੂ ਦੀ ਬਾਣੀ। ਸੰਗਤ ਤਾਂ ਹੋਰ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਪਰ ਗੁਰੂ ਦੀ ਸੰਗਤ ਸਭ ਤੋਂ ਮਹਾਨ ਹੈ, ਕਿਉਂਕਿ ਗੁਰੂ ਪਾਰਸ ਹਨ। ਕੇਵਲ ਪਾਰਸ ਹੀ ਨਹੀਂ, ਗੁਰੂ ਤੇ ਪਰਮ ਪਾਰਸ ਹਨ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਬੂੰਦ ਅੰਮ੍ਰਿਤ ਉਹ ਦੇਵੈ, ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਇਨ੍ਹਾਂ ਪੰਕਤੀਆਂ ਤੋਂ ਗੁਰੂ ਦੀ ਮਹਿਮਾ ਦਾ ਪਤਾ ਲੱਗਦਾ ਹੈ। ਪਾਰਸ ਇੱਕ ਪੱਥਰ ਦੀ ਵੱਟੀ ਹੁੰਦੀ ਹੈ, ਉਹਦੇ ਵਿੱਚ ਇਹ ਗੁਣ ਹੁੰਦਾ ਹੈ, ਉਹ 7 ਧਾਤਾਂ ਨੂੰ ਛੋਹ ਕੇ ਸੋਨਾ ਬਣਾ ਦਿੰਦੇ। ਪਰ ਗੁਰੂ ਪਰਮ ਪਾਰਸ ਨੇ। ਗੁਰੂ ਨੂੰ ਪਰਮ ਪਾਰਸ ਕਿਉਂ ਆਖਿਆ? ਸਤਿਗੁਰੂ ਕਹਿੰਦੇ ਨੇ ਪਾਰਸ ਕੇਵਲ 7 ਧਾਤਾਂ ਨੂੰ ਹੀ ਸੋਨਾ ਬਣਾਉਂਦਾ ਹੈ, ਪਰ ਉਹ ਮਨੂਰ ਨੂੰ ਸੋਨਾ ਨਹੀਂ ਬਣਾ ਸਕਦਾ। ਦੂਸਰੀ ਗੱਲ ਇਹ, ਗੁਰੂ ਇਸ ਲਈ ਪਰਮ ਪਾਰਸ ਹੈ। ਪਾਰਸ ਹੋਰ ਧਾਤਾਂ ਨੂੰ ਸੋਨਾ ਤੇ ਬਣਾਉਂਦਾ ਹੈ, ਪਰ ਉਹਨਾਂ ਨੂੰ ਪਾਰਸ ਨਹੀਂ ਬਣਾ ਸਕਦਾ।
ਗੁਰੂ ਉਹ ਮਹਾਨ ਪਾਰਸ ਨੇ। ਜਦੋਂ ਕੋਈ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਦੇ ਕੋਲ ਆਉਂਦਾ ਹੈ ਤੇ ਸਤਿਗੁਰੂ ਦੀ ਸਿੱਖਿਆ ਨੂੰ ਸ਼ਰਧਾ, ਵਿਚਾਰ, ਭਾਵਨਾ ਅਤੇ ਹਲੀਮੀ ਨਾਲ ਸੁਣਦਾ ਹੈ ਤੇ ਉਹ ਸਿੱਖ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਹੀ ਰੂਪ ਕਰ ਲੈਂਦੇ ਹਨ। ਗੁਰੂ ਸਿੱਖ, ਸਿੱਖ ਗੁਰੂ ਹੈ। ਇੱਕੋ ਗੁਰ ਉਪਦੇਸ਼ ਚਲਾਏ, ਇਹ ਵਡਿਆਈ ਗੁਰੂ ਦੇ ਵਿੱਚ ਹੀ ਹੈ। ਉਹ ਸਿੱਖ ਨੂੰ ਆਪਣਾ ਰੂਪ ਬਣਾ ਲੈਂਦੇ ਨੇ। ਭਾਈ ਲਹਿਣਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਹੈ। ਉਸਨੇ ਗੁਰੂ ਨਾਨਕ ਦੀ ਸਿੱਖਿਆ ਸੁਣੀ, ਗੁਰੂ ਨਾਨਕ ਦਾ ਉਪਦੇਸ਼ ਸੁਣਿਆ ਔਰ ਇੰਨੀ ਉਤਸੁਕਤਾ ਨਾਲ ਸੁਣਿਆ, ਇੰਨੀ ਸ਼ਰਧਾ ਭਾਵਨਾ ਦੇ ਨਾਲ ਸੁਣਿਆ, ਉਹਦੇ ਅੰਦਰ ਵਸ ਗਿਆ। ਬਸ ਫਿਰ ਕੀ ਸੀ, ਗੁਰੂ ਸਿੱਖ, ਸਿੱਖ ਗੁਰੂ ਹੈ, ਇਹ ਅਵਸਥਾ ਉਸ ਨੂੰ ਪ੍ਰਾਪਤ ਹੋ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਮ ਸਮੇਂ ਜਦੋਂ ਸਿੱਖੀ ਦੀ ਪਰਖ ਕੀਤੀ, ਭਾਈ ਲਹਿਣੇ ਨੂੰ ਸਵਾਲ ਕੀਤਾ। ਕਹਿਣ ਲੱਗੇ, ਭਾਈ ਲਹਿਣਿਆ, ਦੱਸ ਤੇਰੀ ਕੀ ਇੱਛਾ ਹੈ? ਤਾਂ ਭਾਈ ਲਹਿਣੇ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਬਸ ਇਹੀ ਇੱਕ ਬੇਨਤੀ ਹੈ, ਇੱਛਾ ਤੇ ਸਾਰੀ ਖਤਮ ਹੋ ਗਈ। ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ, ਆਪਣੇ ਘਰ ਵਿੱਚ ਹਮੇਸ਼ਾ ਲਈ ਰਹਿਣ ਲਈ ਜਗ੍ਹਾ ਦੇ ਦਿਓ। ਬਸ ਇਹੀ ਮੇਰੀ ਇੱਛਾ ਹੈ, ਇਹੀ ਮੇਰਾ ਉਦੇਸ਼ ਹੈ, ਇਹੀ ਮੇਰੇ ਜੀਵਨ ਦਾ ਏਮ ਹੈ। ਬਸ ਮੈਂ ਗੁਰੂ ਤੋਂ ਵੱਖ ਨਹੀਂ ਰਹਿ ਸਕਦਾ, ਮੈਂ ਗੁਰੂ ਤੋਂ ਦੂਰ ਨਹੀਂ ਜਾ ਸਕਦਾ। ਕਿਉਂ? ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ, ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਆਖਿਆ, ਭਾਈ ਲਹਿਣਿਆ, ਹੁਣ ਤੂੰ ਖਡੂਰ ਸਾਹਿਬ ਚਲਿਆ ਜਾ। ਜਿੰਨਾ ਚਿਰ ਤੱਕ ਅਸੀਂ ਨਾ ਬੁਲਾਈਏ ਤੂੰ ਸਾਡੇ ਪਾਸ ਵਾਪਸ ਨਹੀਂ ਆਉਣਾ। ਇਹ ਇੱਕ ਪਰਖ ਵੀ ਸੀ। ਭਾਈ ਲਹਿਣਾ ਜਿਹੜਾ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸੀ ਰਹਿ ਸਕਦਾ। ਗੁਰੂ ਦਾ ਪਿਆਰ, ਗੁਰੂ ਦੀ ਖਿੱਚ ਉਹਦੇ ਮਨ ਦੇ ਵਿੱਚ ਇੰਨੀ ਸੀ, ਤਕਰੀਬਨ 24 ਘੰਟਿਆਂ ਵਿੱਚੋਂ ਬਹੁਤਾ ਸਮਾਂ ਸਤਿਗੁਰੂ ਦੇ ਕੋਲ ਹੀ ਗੁਜ਼ਾਰਦਾ। ਪਰ ਹੁਣ ਸਤਿਗੁਰੂ ਦਾ ਹੁਕਮ ਹੋ ਗਿਆ, ਭਾਈ ਲਹਿਣਿਆ, ਤੈਨੂੰ ਖਡੂਰ ਸਾਹਿਬ ਜਾਣਾ ਪਵੇਗਾ। ਹੁਣ ਬਾਹਰੋਂ ਤੇ ਵਿਛੋੜਾ ਪੈ ਗਿਆ, ਪਰ ਉਧਰ ਭਾਈ ਲਹਿਣੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਅੰਦਰ ਵਸਾ ਲਿਆ। ਗੁਰੂ ਸਿੱਖ, ਸਿੱਖ ਗੁਰੂ ਹੈ। ਇੱਕ ਥਾਂ ਤੇ ਸਤਿਗੁਰੂ ਦੀ ਬਾਣੀ ਵਿੱਚ ਬਚਨ ਆਏ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਬਈ ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਵਸਦਾ। ਹੁਣ ਭਾਈ ਲਹਿਣੇ ਨੇ ਪੂਰਨ ਗੁਰਸਿੱਖ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਸੀ। ਗੁਰੂ ਨਾਨਕ ਸਾਹਿਬ ਉਹਦੇ ਅੰਦਰ ਬੈਠ ਗਏ। ਉਹਦਾ ਜੀ ਕੀਤਾ ਕਿ ਮੈਨੂੰ ਸਤਿਗੁਰੂ ਨੇ ਹੁਣ ਖਡੂਰ ਤਾਂ ਭੇਜ ਦਿੱਤਾ ਹੈ, ਪਰ ਮੈਂ ਗੁਰੂ ਤੋਂ ਬਿਨਾਂ ਕਿਸੇ ਦੇ ਦਰਸ਼ਨ ਨਹੀਂ ਕਰ ਸਕਦਾ। ਇਸ ਲਈ ਚੁੱਪਚਾਪ ਆਪਣੇ ਘਰ ਦੇ ਵਿੱਚ ਆਏ। ਮਾਤਾ ਭਰਾਈ ਜੀ ਨੂੰ ਕਹਿਣ ਲੱਗੇ, ਇੱਥੇ ਇੱਕ ਕਮਰੇ ਦੇ ਵਿੱਚ ਸਾਨੂੰ ਅੰਦਰ ਦਾਖਲ ਕਰ ਦਿਓ ਤੇ ਉਸ ਦਾ ਦਰਵਾਜ਼ਾ ਪੱਕੇ ਤੌਰ ਤੇ ਬੰਦ ਕਰ ਦੇਣਾ। ਜੇ ਕੋਈ ਆਵੇ ਸਾਡੇ ਬਾਰੇ ਪੁੱਛੇ ਤਾਂ ਕੁਝ ਨਹੀਂ ਕਹਿਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਵਿੱਚ ਗੁਰੂ ਨਾਨਕ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਹੁਣ ਇੱਕ ਬੰਦ ਕੋਠੜੀ ਵਿੱਚ ਬੈਠ ਗਏ ਨੇ, ਚੌਂਕੜਾ ਮਾਰ ਲਿਆ। ਉਧਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ
ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇੱਧਰ ਭਾਈ ਲਹਿਣਾ ਸਤਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਬੈਠਾ ਹੈ। ਭਾਈ ਲਹਿਣੇ ਨੇ ਆਖਿਆ ਸੀ ਨਾ, ਸੱਚੇ ਪਾਤਸ਼ਾਹ ਮੈਂ ਆਪ ਜੀ ਤੋਂ ਦੂਰ ਨਹੀਂ ਹੋ ਸਕਦਾ, ਮੈਂ ਆਪ ਜੀ ਤੋਂ ਵਿਛੜ ਨਹੀਂ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਹਿਣਿਆ, ਜੇ ਤੇਰੇ ਅੰਦਰ ਇਹ ਗੱਲ ਹੈ ਤੇ ਸੱਚ ਜਾਣੀ, ਅਸੀਂ ਵੀ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ। ਭਾਈ ਲਹਿਣਿਆ, ਤੂੰ ਗੁਰੂ ਦੇ ਹਿਰਦੇ ਵਿੱਚ ਤੇ ਗੁਰੂ ਤੇਰੇ ਹਿਰਦੇ ਵਿੱਚ ਵਸੇਗਾ। ਗੁਰੂ ਸਿੱਖ, ਸਿੱਖ ਗੁਰੂ ਹੈ। ਜਿਸ ਨੇ ਗੁਰ ਉਪਦੇਸ਼ ਨੂੰ ਸੁਣ ਲਿਆ ਉਹਨੂੰ ਕਿੰਨੀ ਉੱਚੀ ਅਵਸਥਾ ਪ੍ਰਾਪਤ ਹੋਈ। ਭਾਈ ਲਹਿਣਾ ਗੁਰੂ ਅੰਗਦ ਦੇਵ ਬਣ ਗਿਆ। ਇਸ ਲਈ ਜਦੋਂ ਆਪਾਂ ਸਤਿਗੁਰੂ ਦੇ ਕੋਲ ਜਾਣਾ ਹੈ, ਕੇਵਲ ਇਹੀ ਨਹੀਂ ਮੱਥਾ ਟੇਕਿਆ, ਦਰਸ਼ਨ ਕਰਕੇ ਚਲੇ ਗਏ। ਸਾਨੂੰ ਗੁਰੂ ਦੀ ਗੱਲ ਨੂੰ ਕੋਲੇ ਬੈਠ ਕੇ ਸੁਣਨਾ ਵੀ ਚਾਹੀਦਾ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਕੋਲ ਬੜੀ ਦੂਰੋਂ ਸੰਗਤ ਆਈ, ਪਰ ਉਹਨਾਂ ਦੇ ਮਨ ਬੜੇ ਉਤਾਵਲੇ ਸਨ ਕਿ ਅਸੀਂ ਛੇਤੀ ਵਾਪਸ ਮੁੜ ਕੇ ਜਾਣਾ। ਕਾਹਲੀ ਕਾਹਲੀ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਦੇ ਪਾਸ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਅਸੀਂ ਬੜੀ ਦੂਰੋਂ ਆਏ ਹਾਂ ਤੇ ਕਿਰਪਾ ਕਰੋ, ਸਾਨੂੰ ਕੋਈ ਆਸੀਸ ਬਖਸ਼ੋ, ਕੋਈ ਸਾਨੂੰ ਵਰਦਾਨ ਬਖਸ਼ੋ, ਕੋਈ ਚੰਗਾ ਜਿਹਾ ਬਚਨ ਕਰੋ। ਕਲਗੀਧਰ ਪਾਤਸ਼ਾਹ ਉਹਨਾਂ ਦੇ ਅੰਦਰਲੀ ਅਵਸਥਾ ਨੂੰ ਸਮਝ ਕੇ ਕਹਿਣ ਲੱਗੇ, ਜਰਾ ਠਹਿਰੋ। ਦੂਸਰਾ ਬਚਨ ਕੀਤਾ, ਧਨ ਦੇਵਾਂਗੇ। ਸੰਗਤ ਬੜੀ ਖੁਸ਼ ਹੋ ਗਈ। ਫਿਰ ਤੀਸਰਾ ਬਚਨ ਸਤਿਗੁਰੂ ਨੇ ਕੀਤਾ ਵੀ ਤੁਹਾਨੂੰ ਮਰਵਾਵਾਂਗੇ। ਹੁਣ ਗੁਰੂ ਦੇ ਬਚਨ ਅਗੰਮੀ ਬਚਨ ਸਨ, ਸਿੱਖਾਂ ਦੀ ਸਮਝ ਵਿੱਚ ਨਾ ਆਏ। ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਗੁਰੂ ਮਹਾਰਾਜ ਦਾ ਸੁਭਾਅ ਬੜਾ ਹੀ ਜੰਗਜੂ ਹੈ, ਕਿਧਰੇ ਐਸਾ ਨਾ ਹੋਵੇ ਸਾਨੂੰ ਵੀ ਇੱਥੇ ਜੰਗਜੋ ਦੇ ਵਿੱਚ ਲੜਾ ਕੇ ਸ਼ਹੀਦ ਕਰਵਾ ਦੇਣ। ਭੁੱਲੀ ਸੰਗਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਸੀਂ ਕਬੀਲਦਾਰ ਹਾਂ, ਬਾਲ ਬੱਚੇਦਾਰ ਹਾਂ, ਕਿਰਪਾ ਕਰੋ ਸਾਨੂੰ ਕੋਈ ਅੱਛੇ ਜਿਹੇ ਬਚਨ ਆਖੋ, ਕੋਈ ਚੰਗੀ ਜੀ ਆਸੀਸ ਦਿਓ। ਤਾਂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਹੱਸ ਕੇ ਆਖਿਆ, ਬਰਸਨ ਹਾਰਾ ਕਿਆ ਕਰੈ ਜਾਂ ਲੇਹ ਨਾ ਖੇਤ, ਚਾਤਰ ਚੁਪਕਾ ਕਰ ਰਹੇ ਹੋ ਕਿਆ ਬਾਦਲ ਹੇਤ। ਮੀਂਹ ਤੇ ਵਰਸ ਰਿਹਾ ਹੈ, ਪਰ ਜੇ ਕਿਸੇ ਨੇ ਖੇਤ ਦੀਆਂ ਵੱਟਾਂ ਹੀ ਨਹੀਂ ਸਵਾਰੀਆਂ, ਪਾਣੀ ਅੱਗੇ ਨਿਕਲ ਜਾਂਦਾ ਹੈ। ਇਹਦੇ ਵਿੱਚ ਭਲਾ ਬੱਦਲ ਦਾ ਕੀ ਕਸੂਰ ਹੈ? ਭਗਤ ਕਬੀਰ ਜੀ ਨੇ ਠੀਕ ਹੀ ਲਿਖਿਆ ਹੈ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਐ ਫੂਕ। ਜੇ ਗੁਰਸਿੱਖ ਦਾ ਜੀਵਨ ਭਾਵਨਾ ਤੋਂ ਸਖਣਾ ਹੈ, ਸ਼ਰਧਾ ਤੋਂ ਸਖਣਾ ਹੈ, ਤੇ ਫਿਰ ਉਹ ਗੁਰੂ ਦੇ ਕੋਲ ਆ ਵੀ ਜਾਵੇ, ਦਰਸ਼ਨ ਕਰ ਵੀ ਲਵੇ, ਤੇ ਜੇ ਉਹਦੇ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਸੁਣਨ ਦੇ ਲਈ ਤੇ ਉਸ ਨੂੰ ਅੰਦਰ ਧਾਰਨ ਦੇ ਲਈ, ਵਸਾਉਣ ਦੇ ਲਈ ਥਾਂ ਹੀ ਨਹੀਂ, ਉਹ ਜਿਹਾ ਆਇਆ ਜਿਹਾ ਨਾ ਆਇਆ। ਭਗਤ ਕਬੀਰ ਜੀ ਕਹਿੰਦੇ ਨੇ, ਉਥੇ ਸੱਚਾ ਸਤਿਗੁਰੂ ਵੀ ਕੀ ਕਰ ਸਕਦਾ ਹੈ ਜਦੋਂ ਸਿੱਖਾਂ ਦੇ ਵਿੱਚ ਹੀ ਕੋਈ ਨਾ ਕੋਈ ਚੂਕ, ਕੋਈ ਨਾ ਕੋਈ ਉਕਾਈ, ਕੋਈ ਨਾ ਕੋਈ ਭੁੱਲ, ਕੋਈ ਨਾ ਕੋਈ ਤਕਸੀਰ ਹੋਵੇ। ਕਿਉਂਕਿ ਸਿੱਖ ਦਾ ਜੀਵਨ ਸ਼ਰਧਾ ਭਾਵਨਾ ਦੇ ਨਾਲ ਲਬਰੇਜ਼ ਹੋਣਾ ਚਾਹੀਦਾ। ਜੇ ਸਿੱਖ ਦੇ ਅੰਦਰ ਭਾਵਨਾ ਹੀ ਨਹੀਂ, ਭਾਉ ਹੀ ਨਹੀਂ, ਤੇ ਫਿਰ ਉਹ ਗੁਰਸਿੱਖ ਗੁਰੂ ਦੇ ਕੋਲ ਆ ਕੇ ਵੀ ਖਾਲੀ ਰਹਿ ਜਾਂਦਾ। ਉਹਦੀ ਹਾਲਤ ਇਸ ਤਰ੍ਹਾਂ ਦੀ ਬਿਆਨ ਕੀਤੀ ਗਈ ਹੈ, ਜਿਵੇਂ ਬਾਂਸ ਹੁੰਦਾ ਉਹ ਅੰਦਰੋਂ ਪੋਲਾ ਹੁੰਦਾ ਤੇ ਆਪਾਂ ਬਾਂਸ ਦੇ ਵਿੱਚ ਫੂਕ ਮਾਰੀਏ ਅਗਲੇ ਪਾਰ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਕਈ ਮਨੁੱਖਾਂ ਦਾ ਐਸਾ ਹੀ ਸੁਭਾਅ ਹੁੰਦਾ ਹੈ, ਉਹ ਪਹਿਲੀ ਗੱਲ ਤਾਂ ਸੁਣਦੇ ਹੀ ਨਹੀਂ, ਜੇ ਸੁਣ ਲੈਣ ਤੇ ਉਸ ਨੂੰ ਧਾਰਨ ਨਹੀਂ ਕਰ ਸਕਦੇ, ਆਪਣੇ ਅੰਦਰ ਨਹੀਂ ਟਿਕਾ ਸਕਦੇ।
एक ਕੰਨ ਰਾਹੀਂ ਸੁਣਿਆ, ਦੂਜੇ ਰਾਹੀਂ ਬਾਹਰ ਕੱਢ ਦਿੱਤਾ। ਇਹ ਸਾਡੀ ਹਾਲਤ ਹੈ। ਇਸੇ ਲਈ ਤਾਂ ਭਗਤ ਜੀ ਨੇ ਕਿਹਾ ਹੈ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਐ ਫੂਕ। ਸਾਡਾ ਜੀਵਨ ਹੀ ਅੰਦਰੋਂ ਪੋਲਾ ਹੈ। ਉੱਥੇ ਸੱਚਾ ਗੁਰੂ ਕੀ ਕਰੇਗਾ ਜੇ ਅਸੀਂ ਗੁਰੂ ਦਾ ਬਚਨ ਸੁਣ ਕੇ ਮੰਨਣ ਲਈ ਤਿਆਰ ਹੀ ਨਾ ਹੋਏ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਆਖਿਆ, ਸੰਗਤ ਜੀ ਅਸੀਂ ਤੇ ਤੁਹਾਡੇ ਤੇ ਬਖਸ਼ਿਸ਼ ਕਰ ਰਹੇ ਸਾਂ, ਮੀਂਹ ਤੇ ਵਰਸ ਰਿਹਾ ਸੀ, ਪਰ ਤੁਸੀਂ ਆਪਣੀਆਂ ਸਿਦਕ ਭਾਵਨਾ ਦੀਆਂ ਵਟਾਂ ਹੀ ਨਹੀਂ ਸੀ ਤਿਆਰ ਕੀਤੀਆਂ। ਤੁਸੀਂ ਗੁਰੂ ਦੇ ਬਚਨਾਂ ਨੂੰ ਸੰਭਾਲ ਨਹੀਂ ਸਕੇ। ਇਸ ਲਈ ਹੁਣ ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਹੈ। ਸੰਗਤ ਕਹਿਣ ਲੱਗੀ, ਸੱਚੇ ਪਾਤਸ਼ਾਹ ਸਾਨੂੰ ਇਹ ਤਾਂ ਸਮਝਾਓ, ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਸੀ। ਤਾਂ ਕਲਗੀਧਰ ਪਾਤਸ਼ਾਹ ਨੇ ਆਖਿਆ, ਸੰਗਤ ਜੀ ਅਸੀਂ ਤੁਹਾਨੂੰ ਆਖਿਆ ਸੀ ਜਰਾ ਠਹਿਰੋ। ਇਹਦਾ ਮਤਲਬ ਇਹ ਸੀ ਤੁਹਾਡੇ ਮਨ ਬੜੇ ਕਾਹਲੇ ਸਨ, ਬੜੇ ਉਤਾਵਲੇ ਸਨ। ਕਈ ਵਾਰ ਸਾਡੇ ਨਾਲ ਵੀ ਅਜਿਹਾ ਹੀ ਹੁੰਦਾ। ਅਸੀਂ ਕਾਹਲੀ ਕਾਹਲੀ ਵਿੱਚ ਆਉਂਦੇ ਹਾਂ, ਮੱਥਾ ਟੇਕਦੇ ਹਾਂ ਤੇ ਬਸ ਵਾਪਸ ਮੁੜ ਜਾਂਦੇ ਹਾਂ। ਸੁਣਨ ਲਈ, ਬੈਠਣ ਲਈ ਸਾਡੇ ਕੋਲ ਸਮਾਂ ਨਹੀਂ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਇੰਨੀ ਦੂਰੋਂ ਚੱਲ ਕੇ ਆਏ ਹੋ, ਹੁਣ ਕੋਈ ਆਦਮੀ ਕੋਈ ਸੌਦਾ ਲੈਣ ਵਾਸਤੇ ਜਾਂਦਾ ਹੈ, ਅੱਗੇ ਦੁਕਾਨ ਤੇ ਹੋਰ ਗਾਹਕ ਵੀ ਖਲੋਤੇ ਹੁੰਦੇ ਨੇ, ਤੇ ਉਹ ਜਾ ਕੇ ਦੁਕਾਨਦਾਰ ਨੂੰ ਆਖੇ, ਬਈ ਮੇਰੇ ਕੋਲੇ ਤੇ ਟਾਈਮ ਨਹੀਂ, ਤੂੰ ਜੇ ਸੌਦਾ ਦੇਣਾ ਤੇ ਦੇ, ਨਹੀਂ ਮੈਂ ਜਾ ਰਿਹਾ ਹਾਂ। ਤੇ ਦੁਕਾਨਦਾਰ ਸੋਚੇਗਾ ਤੇ ਬਾਕੀ ਵੀ ਤਾਂ ਇਨਸਾਨ ਤੇਰੇ ਵਰਗੇ ਨੇ, ਜਦੋਂ ਤੇਰੀ ਵਾਰੀ ਆਵੇਗੀ ਤੈਨੂੰ ਸੌਦਾ ਮਿਲ ਜਾਵੇਗਾ, ਪਰ ਤੂੰ ਕਾਹਲਾ ਕਿਉਂ ਪੈਣਾ। ਸਾਨੂੰ ਥੋੜਾ ਜਿਹਾ ਧੀਰਜ ਤੇ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਹੁਣ ਅਸੀਂ ਸਤਿਗੁਰੂ ਕੋਲ ਆਉਨੇ ਹਾਂ, ਪਰ ਕਾਹਲੀ ਕਾਹਲੀ ਵਿੱਚ। ਹਜ਼ੂਰ ਕਹਿੰਦੇ ਨਹੀਂ, ਜਦੋਂ ਸਤਿਗੁਰੂ ਦੇ ਕੋਲ ਆਉਣਾ ਉੱਥੇ ਜਰਾ ਠਹਿਰੋ, ਬੈਠੋ, ਆਰਾਮ ਨਾਲ ਬੈਠੋ। ਤੇ ਉਸ ਦੇ ਨਾਲ ਨਾਲ ਸਤਿਗੁਰੂ ਕਹਿਣ ਲੱਗੇ, ਆਪਣੇ ਮਨ ਨੂੰ ਵੀ ਕੁਝ ਸਮੇਂ ਲਈ ਗੁਰੂ ਦੀ ਹਜ਼ੂਰੀ ਵਿੱਚ ਰੱਖੋ। ਇਹ ਨਾ ਹੋਵੇ ਅਸੀਂ ਗੁਰੂ ਕੋਲ ਬੈਠ ਵੀ ਗਏ ਤੇ ਮਨ ਕਿਸੇ ਹੋਰ ਪਾਸੇ ਦੌੜਿਆ ਫਿਰੇ, ਫਿਰ ਵੀ ਸੁਣਨ ਦਾ ਲਾਭ ਨਹੀਂ। ਕਈ ਵਾਰੀ ਅਸੀਂ ਕੋਲੇ ਬੈਠੇ ਹੁੰਦੇ ਹਾਂ, ਸਾਹਮਣੇ ਕੋਈ ਗੱਲ ਕਰ ਰਿਹਾ ਹੁੰਦਾ, ਪਰ ਸਾਡਾ ਧਿਆਨ ਹੋਰ ਪਾਸੇ ਚਲਿਆ ਜਾਂਦਾ, ਤੇ ਅਸੀਂ ਫੇਰ ਕਹਿੰਦੇ ਹਾਂ, ਬਈ ਤੂੰ ਕੀ ਗੱਲ ਆਖੀ ਸੀ, ਅਸਾਂ ਤੇ ਸੁਣੀ ਨਹੀਂ। ਕੋਲੇ ਬੈਠਿਆਂ ਵੀ ਜਦੋਂ ਧਿਆਨ ਹੋਰ ਪਾਸੇ ਨਿਕਲ ਜਾਂਦਾ, ਅਸੀਂ ਗੱਲ ਨੂੰ ਪੂਰੀ ਤਰ੍ਹਾਂ ਸੁਣ ਨਹੀਂ ਸਕਦੇ। ਹੁਣ ਸਤਿਗੁਰੂ ਦੇ ਕੋਲ ਆਉਨੇ ਆ, ਸਤਿਗੁਰੂ ਦਾ ਤੇ ਇੱਕ ਇੱਕ ਬਚਨ ਇੱਕ ਅਮੋਲਕ ਹੀਰਾ ਹੈ, ਇਹ ਇੱਕ ਕੀਮਤੀ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਹੁਣ ਇਹਨੂੰ ਤੇ ਬੜੇ ਧਿਆਨ ਦੇ ਨਾਲ ਸੁਣਨਾ ਚਾਹੀਦਾ। ਗੁਰਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਬੜੇ ਧਿਆਨ ਦੇ ਨਾਲ ਸੁਣਨਾ ਚਾਹੀਦਾ, ਪਰ ਜੇ ਸਾਡਾ ਉੱਥੇ ਮਨ ਹੀ ਹਾਜ਼ਰ ਨਹੀਂ ਤੇ ਫਿਰ ਉਹ ਸੁਣਿਆ ਨਹੀਂ ਜਾਵੇਗਾ। ਇਸੇ ਲਈ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਜਰਾ ਠਹਿਰੋ, ਜਦੋਂ ਗੁਰੂ ਕੋਲ ਆਉਣਾ ਉਸ ਵੇਲੇ ਬੈਠੋ, ਆਰਾਮ ਨਾਲ ਬੈਠੋ, ਤੇ ਆਪਣੇ ਮਨ ਨੂੰ ਵੀ ਉੱਥੇ ਕੁਝ ਸਮੇਂ ਲਈ ਟਿਕਾ ਕੇ ਰੱਖੋ, ਤੇ ਫਿਰ ਗੁਰੂ ਦਾ ਉਪਦੇਸ਼ ਸੁਣਨ ਦੇ ਲਈ ਅਸੀਂ ਅਧਿਕਾਰੀ ਬਣ ਸਕਦੇ ਹਾਂ। ਨਹੀਂ ਤੇ ਕਈ ਵਾਰ ਐਸਾ ਹੁੰਦਾ ਹੈ, ਜਿਵੇਂ ਆਪਾਂ ਨਵਾਬ ਦੌਲਤ ਖਾਂ ਦੀ ਕਈ ਵਾਰ ਸਾਖੀ ਸੁਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਦੌਲਤ ਖਾਂ ਨਵਾਬ ਮਸਜਿਦ ਵਿੱਚ ਚਲਿਆ ਗਿਆ। ਨਮਾਜ਼ ਸ਼ੁਰੂ ਹੋਈ। ਕਾਜੀ ਨੇ, ਦੌਲਤ ਖਾਂ ਨਵਾਬ ਨੇ, ਬਾਕੀ ਸਾਰੇ ਅਹਿਲਕਾਰਾਂ ਨੇ ਨਮਾਜ਼ ਪੜ੍ਹੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ, ਵਾਹਿਗੁਰੂ ਦੀ ਭਗਤੀ ਵਿੱਚ ਲੀਨ ਸਨ, ਅਡੋਲ ਖੜੇ ਰਹੇ। ਨਾ ਉਹਨਾਂ ਨਮਾਜ਼ ਪੜ੍ਹੀ, ਨਾ ਉਹਨਾਂ ਸਜਦਾ ਕੀਤਾ, ਨਾ ਉਹਨਾਂ ਦੁਆ ਕੀਤੀ। ਦੌਲਤ ਖਾਂ ਨਵਾਬ ਨੇ ਸਤਿਗੁਰੂ ਨੂੰ ਪੁੱਛਿਆ
कि तुसां आख्या सी असी नमाज पढ़ांगे, तुसां साडे नाल नमाज क्यों नहीं पढ़ी। धन गुरु नानक देव महाराज सच्चे पातशाह कहन लगे, दौलत खां नवाब साहिब, असां यही आख्या सी ना तुहाडे नाल मिल के असी नमाज पढ़ांगे, पर तुसी सच दसो कि तुसां नमाज पढ़ी है। जे तुसां नमाज पढ़ी होवे ते असी तुहाडे नाल ना शामिल हुंदे, फिर असी अपने बचनां तो झूठे पै सकदे सां, पर तुसां नमाज ते पढ़ी ही नहीं ते असी तुहाडे नाल नमाज किवें पढ़ सकदे सी। दौलत खां नवाब हैरान होया, कहन लगा, सारे अहलकार इत्थे खड़े ने, काजी इत्थे खलोता है, हज़ारां लोग वेख रहे ने, मैं सारियां दे सामने नमाज पढ़ी है, तुसी ये गल किवें आख रहे हो बई तुसां नमाज पढ़ी ही नहीं। साहिब सतगुरु सच्चे पातशाह कहन लगे, नवाब साहिब, थानू इस गल दा पता है असली नमाजी कौन हुंदा है। नवाब सोची पै गया, कहन लगा, नमाजी वो हुंदा है जिहड़ा नमाज पढ़े। साहिब सतगुरु सच्चे पातशाह कहन लगे, ये गल पक्की है। कहंदा हाँ। हजूर कहन लगे, अच्छा हुण ये दसो, जदों तुसीं नमाज पढ़ रहे सी उस वेले तुहाडा मन कित्थे सी। दौलत खां अंदरों कंब गया भी ये गल किधर नूं तुर पई। ते जदों ਉਹਨੂੰ इस गल का खतरा जापिया भई मैं सारियां दे सामने जे अपने मन की गल दस दिती ते लोग मैनू की कहणगे, ये वड्डा धर्मी मुसलमान बनिया होया है और नमाज पढ़न दे समय इहदा मन किसी होर पासे गया होया सी। इसने अपने गल नूं छपाउंदियां होया अंदरों ते कंब गया सी। कहन लगा, मेरा मन कित्थे जाना सी, क्योंकि मैं तो इत्थे नमाज पढ़ रहा सी। सतगुरु कहन लगे, जरूरी नहीं, जिथे आदमी का शरीर बैठा होवे मन भी उत्थे नाल होवे। शरीर ते बैठा रहिंदा, मन किसी होर पासे उडारियां मारदा है। तू सच दस, तू नमाज पढ़ी है? जे सही नमाज पढ़ी है ते तू दस तेरा मन कित्थे सी। उस वेले नवाब दा अंदर भी कंबिया। कहन लगा, अच्छा हुण सतगुरु की परख करन लग्या, अच्छा तुसी दसो मेरा मन कित्थे गया सी। अंतरजामी सतगुरु कहन लगे, नवाब साहब तुहाडा मन ते काबल ते कंधार दे विच घोड़े खरीद रहा सी, घोड़ियां दी सुदागरी कर रहा सी। तुसी कोई इबादत नहीं कर रहे सी, तुसी ते तिजारत कर रहे सी। ये गल सुन के नवाब नूं यकीन आया भी वाकया ही धन गुरु नानक देव महाराज ने मेरे मन की गल बुझ लई। उस वेले सतगुरु के चरणों ते टै पिया। काजी होर मुसलमान जिहड़े पहलां ही सतगुरु ते बहुत औखे सन, वो बड़े हैरान होए, बड़े दुखी होए। कहन लगे, असी ते गुरु नानक नूं मुसलमान बनाउणा चाहुंदे सां, पर ये तो उल्टा नवाब ही इन्हां दा मुरीद बन गया। जाहर पीर जगत गुर बाबा एवें नहीं आखिया। आखिर काजी भड़क उठिया। कहन लगा, अच्छा जे नवाब साहब दा मन किधरे गया होया सी, मेरा ते मन इत्थे सी, तुसी मेरे नाल नमाज क्यों नहीं पढ़ी। सतगुरु कहन लगे, काजी साहिब तुसी धर्म दे इस्लाम दे ठेकेदार हो, तुसी मुसलमानी मजहब दे अपने आप नूं एक आगू समझदे हो। याद रखो, तुसी भी सही ढंग दे नाल नमाज नहीं पढ़ी। जे तुसां नमाज पढ़ी हुंदी ते मैं तुहाडे नाल भी पढ़ सकदा सी। काजी अंदरों ते कंबिया, पर बाहरों अपना धर्म दा जोश होण करके ते लोगां दी शर्म दा मारा कहन लगा, ये कदी हो नहीं सकदा
ਕਿ ਮੈਂ ਨਮਾਜ਼ ਨਾ ਪੜ੍ਹੀ ਹੋਵੇ। ਸਤਿਗੁਰੂ ਕਹਿਣ ਲੱਗੇ, ਕਾਜੀ ਸਾਹਿਬ, ਜੇ ਤੁਸੀਂ ਨਮਾਜ਼ ਪੜ੍ਹੀ ਹੁੰਦੀ ਤੁਹਾਡੇ ਨਾਲ ਜ਼ਰੂਰ ਪੜ੍ਹਦੇ। ਸੱਚ ਦੱਸੋ, ਨਮਾਜ਼ ਪੜ੍ਹਨ ਦੇ ਸਮੇਂ ਤੁਹਾਡਾ ਮਨ ਕਿੱਥੇ ਸੀ? ਕਾਜੀ ਵੀ ਢਿੱਲਾ ਪੈ ਗਿਆ, ਕਹਿੰਦਾ ਦੱਸੋ ਫਿਰ ਕਿੱਥੇ ਸੀ ਮੇਰਾ ਮਨ? ਸਤਿਗੁਰੂ ਕਹਿਣ ਲੱਗੇ, ਤੇਰਾ ਮਨ ਘੋੜੀ ਦੇ ਬਛੇਰੇ ਦੇ ਪਿੱਛੇ ਪਿੱਛੇ ਕੁੱਦ ਰਿਹਾ ਸੀ। ਇਹ ਹੈਰਾਨ ਹੋਇਆ, ਕਹਿੰਦਾ ਵੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਪਰ ਇਹਨੂੰ ਪਤਾ ਨਹੀਂ ਸੀ, ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ, ਕਹਿਣਾ ਕਥਨ ਨਾ ਭੀਜੈ, ਗੋਬਿੰਦ ਹਰ ਪਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਬਈ ਸਤਿਗੁਰੂ ਤੇ ਘਟ ਘਟ ਕੇ ਅੰਤਰ ਕੀ ਜਾਣਤ। ਆਖਿਰ ਇਹ ਐਸਾ ਪਖੰਡੀ ਆਦਮੀ, ਐਸਾ ਕੱਟੜ ਤੇ ਮੁਤਸਬੀ ਆਦਮੀ, ਇਸ ਸੱਚਾਈ ਦੇ ਅੱਗੇ ਇਹ ਝੁਕ ਨਾ ਸਕਿਆ। ਨਵਾਬ ਤੇ ਲਾਹਾ ਲੈ ਗਿਆ ਤੇ ਪਰ ਇਹ ਕਾਜੀ ਆਪਣੇ ਹੰਕਾਰ ਦੇ ਵਿੱਚ ਹੀ ਖਾਲੀ ਰਹਿ ਗਿਆ। ਕਹਿਣ ਤੋਂ ਭਾਵ ਇਹ, ਜਦੋਂ ਅਸੀਂ ਗੁਰੂ ਦੇ ਕੋਲ ਆਉਨੇ ਆ ਨਾ, ਤੇ ਉਸ ਵੇਲੇ ਆਪਣੇ ਮਨ ਦੀ ਕੋਈ ਅਵਸਥਾ ਬਣਾ ਕੇ ਆਉਣਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਸੰਗਤ ਜੀ ਜਰਾ ਠਹਿਰੋ, ਤੁਸੀਂ ਜਦੋਂ ਗੁਰੂ ਕੋਲ ਆਓ ਉਸ ਵੇਲੇ ਆਰਾਮ ਨਾਲ ਬੈਠੋ ਤੇ ਬੈਠ ਕੇ ਤੇ ਗੁਰੂ ਦੀ ਗੱਲ ਧਿਆਨ ਦੇ ਨਾਲ ਸੁਣੋ। ਇਹਦਾ ਮਤਲਬ ਇਹ ਹੈ, ਤੁਹਾਡਾ ਸਰੀਰ ਹੀ ਉੱਥੇ ਹਾਜ਼ਰ ਨਾ ਹੋਵੇ, ਮਨ ਵੀ ਤੁਹਾਡਾ ਉੱਥੇ ਸੁਣਨ ਲਈ ਹਾਜ਼ਰ ਹੋਣਾ ਚਾਹੀਦਾ। ਨਹੀਂ ਤੇ ਕਿਸੇ ਕਵੀ ਨੇ ਲਿਖਿਆ ਹੈ, ਕਿੰਚਤ ਕਥਾ ਸਮਾਗਮ ਬਨ ਹੈ, ਨਹਿ ਰੁਚ ਨਾਹੀ ਤਾਹੇ ਮੇਂ ਮਨ ਹੈ। ਵੀ ਕਿ ਐਸੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਬਾਣੀ ਦਾ, ਕਥਾ ਦਾ, ਕੀਰਤਨ ਦਾ ਸ਼ੌਕ ਨਹੀਂ ਹੁੰਦਾ। ਉਹ ਕਦੀ ਕਦਾਈ ਕਿਸੇ ਨਾਲ ਜਾਂ ਕਿਸੇ ਭੁਲੇਖੇ ਦੇ ਵਿੱਚ ਗੁਰੂ ਘਰ ਦੇ ਵਿੱਚ ਆ ਜਾਂਦੇ ਨੇ। ਫਿਰ ਹੁੰਦਾ ਕੀ ਹੈ, ਕਿੰਚਤ ਕਥਾ ਸਮਾਗਮ ਬਨ ਹੈ, ਕੋਈ ਕਥਾ ਦਾ ਸ਼ੁਭ ਸਮਾਗਮ ਰਚਿਆ ਜਾਂਦਾ ਹੈ। ਨਹਿ ਰੁਚ ਨਾਹੇ, ਉਹਨਾਂ ਦੀ ਉਸ ਪਾਸੇ ਰੁਚੀ ਨਹੀਂ ਪੈਦਾ ਹੁੰਦੀ ਬਈ ਅਸੀਂ ਬੈਠ ਕੇ ਜਾ ਕੇ ਕਥਾ ਸੁਣਨੀ ਹੈ। ਨਹਿ ਰੁਚ ਨਾਹੇ ਤਾਹੇ ਮੇਂ ਮਨ ਹੈ, ਤੇ ਨਾ ਹੀ ਉਹਨਾਂ ਦਾ ਕਥਾ ਵਾਲੇ ਪਾਸੇ, ਬਾਣੀ ਵਾਲੇ ਪਾਸੇ ਮਨ ਹੀ ਜੁੜਦਾ। ਫਿਰ ਕੀ ਹੁੰਦਾ ਹੈ? ਉਹ ਕਵੀ ਅੱਗੇ ਲਿਖਦਾ ਹੈ, ਮਨ ਵਿਚਰਤ ਪਵ ਅਰਥਨ ਮਾਹੀ, ਕਥਾ ਅਰਥ ਕਾ ਸੂਝਤ ਨਹੀਂ। ਬੈਠੇ ਗੁਰੂ ਘਰ ਦੇ ਵਿੱਚ ਨੇ ਤੇ ਮਨ ਸੰਸਾਰ ਦੇ ਪਦਾਰਥਾਂ ਦੇ ਪਿੱਛੇ ਦੌੜਿਆ ਫਿਰਦਾ, ਪਿੱਛੇ ਕਾਰੋਬਾਰਾਂ ਵੱਲ ਭੱਜਿਆ ਫਿਰਦਾ। ਕਥਾ ਅਰਥ ਕਾ ਸੂਝਤ ਨਹੀਂ। ਜੋ ਕੁਛ ਗੁਰੂ ਕਹਿੰਦਾ ਹੈ, ਜੋ ਬਾਣੀ ਕਹਿੰਦੀ ਹੈ, ਉਹ ਸਾਨੂੰ ਕੁਛ ਵੀ ਸੁਝਦਾ ਨਹੀਂ, ਕੁਛ ਵੀ ਸਾਨੂੰ ਸਮਝ ਵਿੱਚ ਨਹੀਂ ਆਉਂਦਾ। ਇਹ ਸਾਡੇ ਮਨ ਦੀ ਅਵਸਥਾ ਹੈ। ਇਸੇ ਲਈ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਜਦੋਂ ਗੁਰੂ ਕੋਲ ਆਈਏ ਉਸ ਵੇਲੇ ਆਰਾਮ ਨਾਲ ਬੈਠੋ ਤੇ ਆਪਣੇ ਮਨ ਨੂੰ ਵੀ ਕੁਝ ਸਮੇਂ ਲਈ ਉੱਥੇ ਟਿਕਾਓ। ਤੇ ਫਿਰ ਕੀ ਹੁੰਦਾ ਹੈ? ਸਤਿਗੁਰੂ ਕਹਿੰਦੇ ਨੇ, ਫਿਰ ਗੁਰੂ ਇੱਕ ਬਖਸ਼ਿਸ਼ ਕਰਦਾ ਹੈ, ਧਨ ਦੇਵਾਂਗੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਗੁਰੂ ਦੇ ਕੋਲ ਇੱਕ ਐਸਾ ਉੱਤਮ ਧਨ ਹੈ, ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ। ਉਹ ਗੁਰੂ ਗੁਰਸਿੱਖ ਨੂੰ ਬਖਸ਼ਿਸ਼ ਕਰ ਦਿੰਦੇ। ਅਸੀਂ ਬਾਹਰਲੇ ਧਨ ਨੂੰ ਤੇ ਗੁਰੂ ਕੋਲੋਂ ਆ ਕੇ ਮੰਗਦੇ ਹਾਂ, ਪਰ ਜਿਹੜਾ ਅਸਲੀ ਧਨ ਗੁਰੂ ਦੇ ਕੋਲ ਹੈ ਉਹ ਅਸੀਂ ਕਦੀ ਕਿਸੇ ਨੇ ਮੰਗਿਆ ਹੈ? ਹਜ਼ੂਰ ਕਹਿੰਦੇ ਸਤਿਗੁਰੂ ਦੇ ਕੋਲੋਂ ਆ ਕੇ ਨਾਮ ਧਨ ਦੀ ਯਾਚਨਾ ਕਰਨੀ ਚਾਹੀਦੀ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਲਗੀਧਰ ਪਾਤਸ਼ਾਹ ਨੇ ਆਖਿਆ, ਸੰਗਤ ਜੀ ਪਹਿਲਾਂ ਠਹਿਰੋ, ਇਹਦਾ ਮਤਲਬ ਸਮਝ ਲਿਆ ਤੁਸਾਂ। ਫਿਰ ਸਤਿਗੁਰੂ ਨੇ ਆਖਿਆ ਸੀ, ਧਨ ਦੇਵਾਂਗੇ। ਗੁਰੂ ਬਖਸ਼ਾਂ ਕਰਦਾ ਗੁਰਸਿੱਖਾਂ ਤੇ, ਨਾਮ ਧਨ ਗੁਰਸਿੱਖਾਂ ਨੂੰ ਦਿੰਦਾ ਹੈ। ਤੇ ਜਿਸ ਨੂੰ ਨਾਮ ਦਾ ਧਨ ਪ੍ਰਾਪਤ ਹੋ ਜਾਂਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਇਹਨੂੰ ਬਹੁਤ ਉੱਚਾ ਮਰਤਬਾ ਮਿਲ ਜਾਂਦਾ ਹੈ। ਤੀਸਰੀ ਗੱਲ ਅਸੀਂ ਤੁਹਾਨੂੰ ਆਖੀ ਸੀ, ਜਿੱਥੋਂ ਤੁਸੀਂ ਘਬਰਾ ਗਏ, ਡਰ ਗਏ ਵੀ ਤੁਹਾਨੂੰ ਮਰਵਾਵਾਂਗੇ। ਇਹਦਾ ਮਤਲਬ ਇਹ ਹੈ ਬਈ ਇਹ ਤੇ ਇੱਕ ਅਟਲ ਸਚਾਈ ਹੈ। ਜੋ ਵੀ ਮਨੁੱਖ ਆਇਆ ਹੈ ਉਸਨੇ ਮਰਨਾ ਤੇ ਹੈ ਹੀ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਪਰ ਅਸੀਂ ਤੁਹਾਨੂੰ ਇਹ ਗੱਲ ਆਖੀ ਸੀ, ਮਰਵਾਵਾਂਗੇ।
ਇਹਦਾ ਮਤਲਬ ਸੀ ਅਸੀਂ ਤੁਹਾਨੂੰ ਮਰਨਾ ਸਿਖਾਵਾਂਗੇ, ਮਰਨ ਦੀ ਜਾਂਚ ਦੱਸਾਂਗੇ। ਅਸਲੀ ਮਰਨ ਦੀ ਜਾਂਚ ਕੀ ਹੈ? ਸਤਿਗੁਰੂ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਜਦੋਂ ਗੁਰੂ ਕੋਲ ਆਉਣਾ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਜਾਸ। ਮਰ ਕੇ ਆਉਣਾ ਗੁਰੂ ਦੇ ਕੋਲ। ਜੇ ਤੂੰ ਜਿਉਂਦਾ ਆ ਗਿਆ ਤੇ ਫਿਰ ਗੁਰੂ ਨੇ ਤੈਨੂੰ ਜੀਵਨ ਨਹੀਂ ਦੇ ਸਕਣਾ। ਗੁਰੂ ਦੇ ਕੋਲ ਆਉਣਾ ਹੈ ਤੇ ਆਪਣਾ ਸਿਰ ਤਲੀ ਤੇ ਰੱਖ ਕੇ ਆਉਣਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਅਸੀਂ ਆਪਣਾ ਸਿਰ ਨਾਲ ਲੈ ਕੇ ਆਉਣੇ ਆ। ਆਪਣੀ ਸੋਚ, ਆਪਣੇ ਖਿਆਲ, ਆਪਣੇ ਸੰਸਕਾਰ, ਆਪਣਾ ਸਿਰ ਨਾਲ ਲੈ ਕੇ ਆਉਣੇ ਆ। ਗੁਰੂ ਦੇ ਕੋਲ ਆਉਣਾ, ਪਹਿਲਾਂ ਮਰਨਾ ਕਬੂਲ ਕਰਕੇ ਆਓ। ਆਪਣਾ ਸਿਰ ਕੱਟ ਕੇ, ਆਪਣੀ ਸੋਚ, ਆਪਣੇ ਸੰਸਕਾਰ ਛੱਡ ਕੇ ਗੁਰੂ ਦੇ ਕੋਲ ਆਓ ਤੇ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ। ਅਸੀਂ ਤੁਹਾਨੂੰ ਆਖਿਆ ਸੀ ਵੀ ਤੁਹਾਨੂੰ ਮਰਵਾਵਾਂਗੇ, ਵੀ ਤੁਹਾਨੂੰ ਅਸਲੀ ਮਰਨ ਦਾ ਸਬਕ ਸਿਖਾਵਾਂਗੇ। ਗੁਰਸਿੱਖ ਜਦੋਂ ਗੁਰੂ ਕੋਲ ਆਉਂਦਾ ਹੈ, ਲੋਕ ਤੇ ਜਿਉਣ ਦੀ ਜੁਗਤੀ, ਜੀਵਨ ਜੁਗਤੀ ਦਿੰਦੇ ਨੇ, ਪਰ ਗੁਰੂ ਸਾਨੂੰ ਮਰਨ ਦੀ ਕਲਾ ਸਿਖਾਉਂਦਾ ਹੈ। ਵੀ ਗੁਰਸਿੱਖਾ ਤੂੰ ਮਰਨਾ ਕਿਵੇਂ ਹੈ? ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣੈ ਕੋਏ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਗੁਰਸਿੱਖਾ ਐਸੇ ਮਰੋ ਜੇ ਬਹੁਰ ਨਾ ਮਰਨਾ। ਇਹੋ ਜਿਹੀ ਮੌਤ ਮਰਨੀ ਤੈਨੂੰ ਦੱਸਾਂਗੇ, ਦੁਬਾਰਾ ਤੈਨੂੰ ਮੌਤ ਨੇੜੇ ਹੀ ਨਾ ਆ ਸਕੇ। ਇਹ ਸਤਿਗੁਰੂ ਦੀਆਂ ਬਖਸ਼ਾਂ ਨੇ। ਹਜ਼ੂਰ ਕਹਿਣ ਲੱਗੇ, ਸੰਗਤ ਜੀ ਅਸੀਂ ਤੇ ਤੁਹਾਡੇ ਤੇ ਬਖਸ਼ਿਸ਼ ਕਰ ਰਹੇ ਸੀ, ਬੱਦਲ ਤੇ ਬਰਖਾ ਕਰ ਰਿਹਾ ਸੀ, ਪਰ ਹੁਣ ਤੁਸੀਂ ਇਸ ਬਚਨਾਂ ਨੂੰ ਸੰਭਾਲ ਹੀ ਨਾ ਸਕੇ। ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਬੱਦਲ ਦੀ ਘਟਾ ਚੜ੍ਹ ਕੇ ਆਉਂਦੀ ਹੈ, ਪਪੀਹਾ ਪ੍ਰਿਓ ਪ੍ਰਿਓ ਬੋਲਦਾ, ਪਰ ਜਦੋਂ ਬੱਦਲ ਵਰਸਣ ਲੱਗ ਜਾਵੇ ਤੇ ਪਪੀਹਾ ਚੁੱਪ ਕਰਕੇ ਬੈਠ ਜਾਵੇ, ਉਹਦੀ ਅੰਦਰੋਂ ਪਿਆਸ ਹੀ ਖਤਮ ਹੋ ਜਾਵੇ, ਉਹਦੀ ਤੜਪ ਹੀ ਮੁੱਕ ਜਾਵੇ, ਤੇ ਫਿਰ ਦੱਸੋ ਉੱਥੇ ਬੱਦਲ ਕੀ ਕਰੇਗਾ?